हाँ जी स्टूडेंट्स, गुड मॉर्निंग। अपना ਅੱਜ ਦਾ ਟੌਪਿਕ ਹੈਗਾ ਬੇਸਿਕ ਡਿਸਕਸ ਕਰਾਂਗੇ। ਇਹਦੇ ਜਿਹੜੇ ਅਕਾਊਂਟਸ ਦੇ ਰੂਲਸ ਹੈਗੇ ਉਹ ਡਿਸਕਸ ਕਰਾਂਗੇ। ਤਾਂ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਜਿਹੜੇ ਅਕਾਊਂਟਿੰਗ ਦੇ ਰੂਲਸ ਹੈਗੇ ਆ ਉਹਨਾਂ ਨੂੰ ਆਪਾਂ ਦੋ ਪਾਰਟਸ ਦੇ ਵਿੱਚ ਡਿਵਾਈਡ ਕਰਦੇ ਹਾਂ। ਇੱਕ ਤਾਂ ਟ੍ਰੈਡੀਸ਼ਨਲ ਰੂਲਸ ਹੁੰਦੇ ਆ, ਇੱਕ ਮਾਡਰਨ ਰੂਲਸ ਹੁੰਦੇ ਆ। ਬੇਸਿਕਲੀ ਸਮਝਣ ਦਾ ਤਰੀਕਾ ਡਿਫਰੈਂਟ ਹੈ, ਬੇਸਿਕ ਕਨਸੈਪਟ ਦੋਨਾਂ ਵਿੱਚ ਸੇਮ ਹੈ। ਤਾਂ ਅਸੀਂ ਸਭ ਤੋਂ ਪਹਿਲਾਂ ਡਿਸਕਸ ਕਰਾਂਗੇ ਟ੍ਰੈਡੀਸ਼ਨਲ ਰੂਲਸ। ਤਾਂ ਟ੍ਰੈਡੀਸ਼ਨਲ ਰੂਲਸ ਦੇ ਵਿੱਚ ਕੀ ਹੈਗਾ? ਟ੍ਰੈਡੀਸ਼ਨਲ ਰੂਲਸ ਦੇ ਵਿੱਚ ਅਸੀਂ ਜਿਹੜੇ ਅਕਾਊਂਟਸ ਹੈਗੇ ਆ ਉਹਨੂੰ ਅਸੀਂ ਤਿੰਨ ਪਾਰਟਸ ਦੇ ਵਿੱਚ ਡਿਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਗੱਲ ਕਰਦੇ ਹਾਂ। ਪਹਿਲਾ ਹੁੰਦਾ ਪਰਸਨਲ ਅਕਾਊਂਟ, ਦੂਸਰਾ ਹੁੰਦਾ ਰੀਅਲ ਅਕਾਊਂਟ, ਉਸ ਤੋਂ ਬਾਅਦ ਤੀਸਰਾ ਹੁੰਦਾ ਨੋਮੀਨਲ ਅਕਾਊਂਟ। ਤਾਂ ਜਿਹੜਾ ਪਰਸਨਲ ਅਕਾਊਂਟ ਹੁੰਦਾ ਹੈਗਾ, ਪਰਸਨਲ ਅਕਾਊਂਟ ਦਾ ਮਤਲਬ ਜਿਹੜਾ ਪਰਸਨਸ ਦੇ ਨਾਲ ਰਿਲੇਟ ਕਰਦਾ, ਠੀਕ ਹੈ। ਤਾਂ ਜਿਹੜੇ ਅਕਾਊਂਟਸ ਦੇ ਵਿੱਚ ਪਰਸਨਸ ਹੈਗੇ ਆ ਉਹਨੂੰ ਅਸੀਂ ਤਿੰਨ ਪਾਰਟਸ ਦੇ ਵਿੱਚ ਡਿਵਾਈਡ ਕਰਦੇ ਹਾਂ: ਨੈਚੁਰਲ ਪਰਸਨਸ, ਆਰਟੀਫਿਸ਼ੀਅਲ ਪਰਸਨਸ, ਰਿਪਰੈਜ਼ੈਂਟੇਟਿਵ ਪਰਸਨਸ। ਤਾਂ ਜਿਹੜੇ ਨੈਚੁਰਲ ਪਰਸਨਸ ਹੁੰਦੇ ਆ ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ ਕਿ ਜਿਹੜੇ ਕਿ ਕ੍ਰੀਏਸ਼ਨ ਆਫ ਗੋਡ ਹੈਗੇ ਨੇ, ਜਿਨ੍ਹਾਂ ਨੂੰ ਪਰਮਾਤਮਾ ਨੇ ਕ੍ਰੀਏਟ ਕੀਤਾ, ਪਰਮਾਤਮਾ ਨੇ ਬਣਾਇਆ, ਠੀਕ ਹੈ। ਜਿਵੇਂ ਕਿ ਹੁਣ ਗੋਡ ਨੂੰ ਕ੍ਰੀਏਟ ਕਿਹਨੇ ਕੀਤਾ? ਰਾਮ ਹੈ, ਸ਼ਾਮ ਹੈ, ਅਜੇ ਹੈ, ਅਮਿਤ ਹੈ, ਰਵੀ ਹੈ, ਠੀਕ ਹੈ। ਇਹ ਸਾਰੇ ਨੈਚੁਰਲ ਪਰਸਨਸ ਹੈਗੇ। ਉਸ ਤੋਂ ਬਾਅਦ ਦੂਸਰਾ ਹੈਗਾ ਜੀ ਆਰਟੀਫਿਸ਼ੀਅਲ ਪਰਸਨਸ। ਆਰਟੀਫਿਸ਼ੀਅਲ ਪਰਸਨਸ ਕਿਹੜੇ ਹੁੰਦੇ ਆ? ਜਿਹੜੇ ਕਿ ਮੈਨ ਮੇਡ ਨੇ, ਠੀਕ ਹੈ। ਨੈਚੁਰਲ ਪਰਸਨਸ ਤਾਂ ਗੋਡ ਮੇਡ ਸੀਗੇ, ਜਿਹੜੇ ਆਰਟੀਫਿਸ਼ੀਅਲ ਪਰਸਨਸ ਹੈਗੇ ਆ ਉਹ ਕੀ ਮੈਨ ਮੇਡ। ਇਹਦੇ ਵਿੱਚ ਅਸੀਂ ਗੱਲ ਕਰਦੇ ਹਾਂ ਕੰਪਨੀਜ਼ ਹੋ ਗਈਆਂ, ਬੈਂਕਸ ਹੋ ਗਏ, ਸੁਸਾਇਟੀਜ਼ ਹੋ ਗਈਆਂ, ਟੈਂਪਲਸ ਹੋ ਗਏ, ਚਰਚਿਸ ਹੋ ਗਈਆਂ, ਗੁਰਦੁਆਰਾਸ ਹੋ ਗਏ, ਠੀਕ ਹੈ, ਫਰਮਸ ਹੋ ਗਈਆਂ, ਸ਼ਾਪਸ ਹੋ ਗਈਆਂ। ਇਹ ਸਾਰੇ ਅਸੀਂ ਡਿਸਕਸ ਕਰਦੇ ਹਾਂ ਆਰਟੀਫਿਸ਼ੀਅਲ ਦੇ ਵਿੱਚ। ਹੁਣ ਜਿਵੇਂ ਆਪਾਂ ਐਗਜ਼ਾਮਪਲ ਲਈ ਕਿ ਸਪੋਜ਼ ਕਰੋ ਅਜੇ ਕੀ ਇਹ ਨੈਚੁਰਲ ਪਰਸਨ ਆ। ਅਗਰ ਮੈਂ ਕਹਾਂ ਕਿ ਅਜੇ ਐਂਟਰਪ੍ਰਾਈਜ਼ਸ, ਤਾਂ ਇਹ ਸਾਡਾ ਕੀ ਬਣ ਗਿਆ? ਆਰਟੀਫਿਸ਼ੀਅਲ ਪਰਸਨ ਬਣ ਗਿਆ। ਜਾਂ ਕਹਾਂ ਅਜੇ ਐਂਡ ਕੰਪਨੀ, ਇਹ ਸਾਡਾ ਆਰਟੀਫਿਸ਼ੀਅਲ ਪਰਸਨ ਬਣ ਗਿਆ। ਹੁਣ ਜਿਵੇਂ ਜਿੰਨੇ ਵੀ ਬੈਂਕਸ ਹੈਗੇ, HDFC ਬੈਂਕ ਹੈ, ICICI ਬੈਂਕ ਹੈ, ਠੀਕ ਹੈ, ਜਾਂ ਰਿਲਾਇੰਸ ਕੰਪਨੀ ਹੈ, ਟਾਟਾ ਬਿਰਲਾ ਕੰਪਨੀ ਹੈ, ਇਹ ਸਾਰੇ ਕੀ ਹੈ? ਆਰਟੀਫਿਸ਼ੀਅਲ ਪਰਸਨਸ ਹੈਗੇ ਆ। ਉਸ ਤੋਂ ਬਾਅਦ ਨੈਕਸਟ ਗੱਲ ਕਰਾਂਗੇ ਅਸੀਂ ਪਰਸਨ ਜਿਹੜਾ ਹੈਗਾ ਰਿਪਰੈਜ਼ੈਂਟੇਟਿਵ ਪਰਸਨਸ। ਰਿਪਰੈਜ਼ੈਂਟੇਟਿਵ ਪਰਸਨਸ ਦਾ ਮਤਲਬ ਜੋ ਕਿਸੇ ਨੂੰ ਰਿਪਰੈਜ਼ੈਂਟ ਕਰਦਾ। ਹੁਣ ਜਿਵੇਂ ਇੱਕ ਇਹਦੇ ਵਿੱਚ ਪੁਆਇੰਟ ਹੈਗਾ ਆਊਟਸਟੈਂਡਿੰਗ ਸੈਲਰੀ। ਆਊਟਸਟੈਂਡਿੰਗ ਸੈਲਰੀ ਦਾ ਮਤਲਬ ਇਹ ਹੁੰਦਾ ਕਿ ਜਿਹੜੀ ਸੈਲਰੀ ਡਿਊ ਹੋ ਗਈ ਹੈ ਬਟ ਸਟਿਲ ਅਜੇ ਤੱਕ ਅਸੀਂ ਉਸ ਸੈਲਰੀ ਨੂੰ ਪੇ ਨਹੀਂ ਕੀਤਾ, ਠੀਕ ਹੈ। ਹੁਣ ਸਪੋਜ਼ ਕਰੋ ਵੀ 10 ਵਰਕਰਸ ਐਸੇ ਹੈ, 10 ਇੰਪਲਾਈਜ਼ ਐਸੇ ਹੈ ਫਰਮ ਦੇ ਵਿੱਚ ਜਿਹਨਾਂ ਨੂੰ ਸੈਲਰੀ ਪੇ ਨਹੀਂ ਕੀਤੀ, ਪਰ ਉਹਨਾਂ ਦੀ ਸੈਲਰੀ ਡਿਊ ਹੋ ਗਈ ਹੈ। ਤਾਂ ਇਹਦਾ ਮਤਲਬ ਕੀ ਹੈਗਾ ਕਿ ਸੈਲਰੀ ਡਿਊ ਹੋ ਗਈ ਪਰ ਪੇ ਨਹੀਂ ਕੀਤੀ। ਤਾਂ ਜਿਹੜੇ 10 ਇੰਪਲਾਈਜ਼ ਹੈਗੇ ਆ ਜਿਨ੍ਹਾਂ ਦੀ ਸੈਲਰੀ ਡਿਊ ਹੋ ਗਈ, ਜਿਨ੍ਹਾਂ ਨੂੰ ਅਸੀਂ ਪੇ ਨਹੀਂ ਕੀਤੀ, ਉਹਨਾਂ ਦਾ ਇੱਕ ਅਸੀਂ ਗਰੁੱਪ ਬਣਾ ਲਾਂਗੇ। ਉਹ 10 ਦੇ 10 ਇੰਪਲਾਈਜ਼ ਨੂੰ ਅਸੀਂ ਉਹਨਾਂ ਗਰੁੱਪ ਦੇ ਵਿੱਚ ਐਡ ਕਰ ਲਾਂਗੇ। ਉਸ ਗਰੁੱਪ ਦਾ ਨਾਮ ਅਸੀਂ ਕੀ ਰੱਖਿਆ? ਆਊਟਸਟੈਂਡਿੰਗ ਸੈਲਰੀ। ਤਾਂ ਆਊਟਸਟੈਂਡਿੰਗ ਸੈਲਰੀ ਕਿਸ ਨੂੰ ਰਿਪਰੈਜ਼ੈਂਟ ਕਰ ਰਿਹਾ? ਇਹ ਉਹਨਾਂ ਨੂੰ ਰਿਪਰੈਜ਼ੈਂਟ ਕਰ ਰਿਹਾ ਜਿਨ੍ਹਾਂ ਨੂੰ ਸੈਲਰੀ ਹਜੇ ਤੱਕ ਪੇ ਨਹੀਂ ਹੋਈ। ਤਾਂ ਇਹਦਾ ਮਤਲਬ ਆਊਟਸਟੈਂਡਿੰਗ ਸੈਲਰੀ ਅਕਾਊਂਟ ਹੈ ਉਹ ਕਿਹੜਾ ਅਕਾਊਂਟ ਬਣ ਗਿਆ? ਰਿਪਰੈਜ਼ੈਂਟੇਟਿਵ ਪਰਸਨਲ ਅਕਾਊਂਟ ਬਣ ਗਿਆ। ਤਾਂ ਹੁਣ ਜਿਵੇਂ ਕਿ ਆਪਾਂ ਪੜ੍ਹਿਆ ਕਿ ਜਿਹੜੇ ਪਰਸਨਲ ਅਕਾਊਂਟ ਆ ਤਿੰਨ ਤਰ੍ਹਾਂ ਦੇ ਆ: ਨੈਚੁਰਲ ਪਰਸਨਸ ਹੈ, ਆਰਟੀਫਿਸ਼ੀਅਲ ਪਰਸਨਸ ਹੈ, ਰਿਪਰੈਜ਼ੈਂਟੇਟਿਵ ਪਰਸਨਸ ਹੈ। ਤਾਂ ਇਹਨਾਂ ਤਿੰਨਾਂ ਦੇ ਲਈ ਇੱਕ ਰੂਲ ਲੱਗਦਾ ਹੈਗਾ ਪਰਸਨਲ ਅਕਾਊਂਟ ਦਾ। ਤਾਂ ਉਹ ਰੂਲ ਕੀ ਹੈਗਾ ਕਿ ਡੈਬਿਟ ਦਾ ਰਿਸੀਵਰ, ਕ੍ਰੈਡਿਟ ਦਾ ਗਿਵਰ। ਹੁਣ ਜਦੋਂ ਅਸੀਂ ਅਕਾਊਂਟਸ ਬਣਾਵਾਂਗੇ, ਅਕਾਊਂਟਸ ਤਿਆਰ ਕਰਾਂਗੇ, ਜਰਨਲ ਐਂਟਰੀਜ਼ ਪਾਵਾਂਗੇ ਜਾਂ ਲੇਜਰ ਅਕਾਊਂਟ ਬਣਾਵਾਂਗੇ, ਤਾਂ ਉਹਦੇ ਵਿੱਚ ਅਸੀਂ ਕੀ ਕਰਨਾ ਹੈ? ਅਸੀਂ ਇਹ ਦੇਖਣਾ ਕਿ ਸਾਡੇ ਬਿਜ਼ਨਸ ਦੇ ਲਈ ਜੋ ਰਿਸੀਵਰ ਹੈ ਉਹਨੂੰ ਡੈਬਿਟ ਕਰਾਂਗੇ, ਜਿਹੜਾ ਗਿਵਰ ਹੈਗਾ ਉਹਨੂੰ ਅਸੀਂ ਕੀ ਕਰਾਂਗੇ? ਕ੍ਰੈਡਿਟ। ਤਾਂ ਦੁਬਾਰਾ ਸੁਣ ਲਓ, ਡੈਬਿਟ ਦਾ ਰਿਸੀਵਰ, ਕ੍ਰੈਡਿਟ ਦਾ ਗਿਵਰ। ਤਾਂ ਇਹ ਸੀਗਾ ਸਾਡਾ ਪਰਸਨਲ ਅਕਾਊਂਟ। ਉਸ ਤੋਂ ਬਾਅਦ ਸੈਕਿੰਡ ਹੈਗਾ ਸਾਡਾ ਰੀਅਲ ਅਕਾਊਂਟ। ਰੀਅਲ ਅਕਾਊਂਟ ਦਾ ਮਤਲਬ ਅਸੀਂ ਇਹਦੇ ਵਿੱਚ ਕੀ ਚੀਜ਼ ਡਿਸਕਸ ਕਰਦੇ ਹਾਂ? ਇਹਦੇ ਵਿੱਚ ਜਿੰਨੀਆਂ ਵੀ ਐਸਟਸ ਹੈ, ਪ੍ਰੋਪਰਟੀਜ਼ ਹੈ, ਠੀਕ ਹੈ, ਉਹ ਅਸੀਂ ਡਿਸਕਸ ਕਰਦੇ ਹਾਂ, ਠੀਕ ਹੈ। ਮਤਲਬ ਪੰਜਾਬੀ 'ਚ ਕਿਹਾ ਥਿੰਗਸ, ਜੋ ਸਮਾਨ ਹੈਗਾ ਉਹ ਅਸੀਂ ਡਿਸਕਸ ਕਰਦੇ ਹਾਂ। ਤਾਂ ਜਿਹੜੇ ਰੀਅਲ ਅਕਾਊਂਟ ਆ ਉਹ ਦੋ ਤਰ੍ਹਾਂ ਦੇ ਹੁੰਦੇ ਆ। ਇੱਕ ਹੁੰਦਾ ਟੈਂਜੀਬਲ ਰੀਅਲ ਅਕਾਊਂਟ, ਇੱਕ ਹੁੰਦਾ ਇਨਟੈਂਜੀਬਲ ਰੀਅਲ ਅਕਾਊਂਟ। ਟੈਂਜੀਬਲ ਰੀਅਲ ਅਕਾਊਂਟ ਕਿਹੜਾ ਹੁੰਦਾ? ਮਤਲਬ ਉਹ ਅਕਾਊਂਟ ਮਤਲਬ ਜਿਨ੍ਹਾਂ ਨੂੰ ਅਸੀਂ ਟੱਚ ਕਰ ਸਕਦੇ ਹਾਂ, ਦੇਖ ਸਕਦੇ ਹਾਂ, ਫੀਲ ਮਹਿਸੂਸ ਕਰ ਸਕਦੇ ਹਾਂ। ਤਾਂ ਉਹ ਸਾਰੇ ਅਕਾਊਂਟ ਟੈਂਜੀਬਲ ਰੀਅਲ ਅਕਾਊਂਟ 'ਚ ਆਉਂਦੇ ਆ, ਠੀਕ ਹੈ। ਜਿਵੇਂ ਕਿ ਲੈਂਡ ਹੈ, ਬਿਲਡਿੰਗ ਹੈ, ਪਲਾਂਟ ਹੈ, ਮਸ਼ੀਨਰੀ ਹੈ, ਫਰਨੀਚਰ ਹੈ, ਸਟਾਕ ਹੈ, ਕੈਸ਼ ਬੈਲੈਂਸ ਹੈ, ਇਹ ਸਾਰੇ ਟੈਂਜੀਬਲ ਰੀਅਲ ਅਕਾਊਂਟ। ਕਿਉਂਕਿ ਇਹਨਾਂ ਨੂੰ ਟੱਚ ਵੀ ਕੀਤਾ ਜਾ ਸਕਦਾ ਹੈ, ਦੇਖਿਆ ਵੀ ਜਾ ਸਕਦਾ ਹੈ,
ਫੀਲ ਵੀ ਕੀਤਾ ਜਾ ਸਕਦਾ। ਇੱਕ ਹੁੰਦਾ ਦੂਸਰਾ ਇਨਟੈਂਜੀਬਲ ਰੀਅਲ ਅਕਾਊਂਟ। ਤਾਂ ਇਨਟੈਂਜੀਬਲ ਰੀਅਲ ਅਕਾਊਂਟ ਕਿਹੜੇ ਹੁੰਦੇ ਆ ਵੀ ਜਿਨ੍ਹਾਂ ਨੂੰ ਟੱਚ ਵੀ ਨਹੀਂ ਕੀਤਾ ਜਾ ਸਕਦਾ, ਜਿਨ੍ਹਾਂ ਨੂੰ ਦੇਖਿਆ ਵੀ ਨਹੀਂ ਜਾ ਸਕਦਾ, ਜਿਨ੍ਹਾਂ ਨੂੰ ਫੀਲ ਕੀਤਾ ਜਾ ਸਕਦਾ, ਜਿਵੇਂ ਕਿ ਗੁੱਡਵਿਲ। ਗੁੱਡਵਿਲ ਦਾ ਮਤਲਬ ਕੀ ਹੁੰਦਾ, ਇਹ ਸਾਡੀ ਬਿਜ਼ਨਸ ਦੀ ਇਨਟੈਂਜੀਬਲ ਐਸਟ ਹੈ। ਗੁੱਡਵਿਲ ਦਾ ਮਤਲਬ ਕੀ ਹੁੰਦਾ, ਰੈਪੂਟੇਸ਼ਨ ਆਫ ਅ ਬਿਜ਼ਨਸ, ਰੈਪੂਟੇਸ਼ਨ ਆਫ ਅ ਫਰਮ, ਕਿਸੇ ਵੀ ਕੰਪਨੀ ਦਾ ਨੇਮ ਐਂਡ ਫੇਮ, ਕਿਸੇ ਵੀ ਕੰਪਨੀ ਦੀ ਮਾਰਕੀਟ ਦੇ ਵਿੱਚ ਗੁੱਡਵਿਲ ਹੈ, ਉਹਨੂੰ ਅਸੀਂ ਮਹਿਸੂਸ ਕਰ ਸਕਦੇ ਹਾਂ, ਉਹਨੂੰ ਨਾ ਤਾਂ ਟੱਚ ਕਰ ਸਕਦੇ ਹਾਂ, ਨਾ ਅਸੀਂ ਦੇਖ ਸਕਦੇ ਹਾਂ। ਤਾਂ ਇਹ ਸਾਡਾ ਇਨਟੈਂਜੀਬਲ ਰੀਅਲ ਅਕਾਊਂਟ ਹੈ। ਤਾਂ ਅਕਾਊਂਟ ਚਾਹੇ ਟੈਂਜੀਬਲ ਹੈ ਚਾਹੇ ਇਨਟੈਂਜੀਬਲ ਹੈ, ਰੀਅਲ ਅਕਾਊਂਟ ਦਾ ਇੱਕ ਰੂਲ ਹੈਗਾ। ਰੂਲ ਕੀ ਹੈ ਕਿ ਡੈਬਿਟ ਵਟ ਕਮਜ਼ ਇਨ, ਕ੍ਰੈਡਿਟ ਵਟ ਗੋਜ਼ ਆਊਟ। ਜੋ ਚੀਜ਼ ਫਰਮ ਦੇ ਵਿੱਚ ਆ ਰਹੀ ਹੈ ਉਹ ਅਸੀਂ ਡੈਬਿਟ ਕਰਾਂਗੇ, ਜੋ ਚੀਜ਼ ਫਰਮ ਦੇ ਵਿੱਚੋਂ ਜਾ ਰਹੀ ਹੈ, ਫਰਮ ਜੋ ਆਊਟਸਾਈਡ ਹੋ ਰਹੀ ਹੈ, ਤਾਂ ਉਹਨੂੰ ਅਸੀਂ ਕੀ ਕਰਾਂਗੇ, ਕ੍ਰੈਡਿਟ ਕਰਾਂਗੇ। ਤਾਂ ਦੁਬਾਰਾ ਸੁਣ ਲਓ, ਡੈਬਿਟ ਵਟ ਕਮਜ਼ ਇਨ, ਕ੍ਰੈਡਿਟ ਵਟ ਗੋਜ਼ ਆਊਟ। ਤੀਸਰਾ ਜੋ ਇਹਦੇ ਵਿੱਚ ਅਕਾਊਂਟ ਹੈਗਾ ਉਹ ਹੈਗਾ ਨੋਮੀਨਲ ਅਕਾਊਂਟ। ਤਾਂ ਅਸੀਂ ਹੁਣ ਤੱਕ ਪਰਸਨਸ ਦੀ ਗੱਲ ਕਰ ਚੁੱਕੇ ਹਾਂ, ਐਸਟਸ ਪ੍ਰੋਪਰਟੀਜ਼ ਦੀ ਗੱਲ ਕਰ ਚੁੱਕੇ ਹਾਂ। ਤਾਂ ਹੁਣ ਜੋ ਇਹਦੇ ਵਿੱਚ ਲੈਫਟ ਹੈ, ਜੋ ਇਸ ਵਿੱਚ ਬਚ ਗਿਆ, ਉਹ ਕੀ ਹੈਗਾ, ਐਕਸਪੈਂਸਿਸ, ਲਾਸਿਸ, ਇਨਕਮ, ਪ੍ਰੋਫਿਟਸ, ਗੇਨਸ। ਤਾਂ ਨੋਮੀਨਲ ਅਕਾਊਂਟ ਦੇ ਵਿੱਚ ਅਸੀਂ ਕੀ ਪੜ੍ਹਦੇ ਹਾਂ ਵੀ ਸਾਡੇ ਕਿੰਨੇ ਖਰਚੇ ਹੋਏ, ਕਿੰਨੇ ਇਨਕਮ ਸਾਡੀ ਹੋਈਆਂ, ਕਿੰਨਾ ਸਾਡਾ ਪ੍ਰੋਫਿਟ ਹੈ, ਉਹ ਡਿਸਕਸ ਕਰਦੇ ਹਾਂ। ਤਾਂ ਨੋਮੀਨਲ ਅਕਾਊਂਟ ਦਾ ਇੱਕ ਰੂਲ ਹੈ। ਰੂਲ ਕੀ ਹੈ, ਡੈਬਿਟ ਆਲ ਐਕਸਪੈਂਸਿਸ ਐਂਡ ਲਾਸਿਸ, ਕ੍ਰੈਡਿਟ ਆਲ ਇਨਕਮ ਐਂਡ ਗੇਨਸ। ਜਿੰਨੇ ਵੀ ਸਾਡੇ ਐਕਸਪੈਂਸਿਸ ਲਾਸਿਸ ਹੈਗੇ ਆ ਉਹ ਡੈਬਿਟ ਕਰਾਂਗੇ ਅਸੀਂ ਆਪਣੇ ਅਕਾਊਂਟਸ ਦੇ ਵਿੱਚ। ਜਿੰਨੀ ਵੀ ਸਾਡੀ ਕੋਈ ਇਨਕਮ ਹੈ ਜਾਂ ਸਾਡਾ ਕੋਈ ਪ੍ਰੋਫਿਟ ਹੈ ਉਹਨੂੰ ਅਸੀਂ ਕੀ ਕਰਾਂਗੇ, ਕ੍ਰੈਡਿਟ ਕਰਾਂਗੇ ਆਪਣੇ ਅਕਾਊਂਟਸ ਦੇ ਵਿੱਚ। ਤਾਂ ਇਹ ਸੀਗੇ ਸਾਡੇ ਰੂਲਸ, ਟ੍ਰੈਡੀਸ਼ਨਲ ਰੂਲਸ, ਓਲਡ ਰੂਲਸ, ਜਿਹੜੇ ਹੁਣ ਵੀ ਚੱਲਦੇ ਆ, ਜਿਨ੍ਹਾਂ ਨੂੰ ਸਭ ਤੋਂ ਪ੍ਰਾਇਓਰਟੀ ਬੇਸਿਸ 'ਤੇ ਪੜ੍ਹਾਇਆ ਜਾਂਦਾ, ਪਰਸਨਲ ਅਕਾਊਂਟ, ਰੀਅਲ ਅਕਾਊਂਟ ਅਤੇ ਨੋਮੀਨਲ ਅਕਾਊਂਟ। ਠੀਕ ਹੈ ਜੀ। ਉਸ ਤੋਂ ਬਾਅਦ ਜੋ ਇਹਦੇ ਇੱਕ ਹੋਰ ਕਨਸੈਪਟ ਹੈਗਾ ਦਾ ਮੋਡਰਨ ਰੂਲਸ। ਮੋਡਰਨ ਰੂਲਸ ਦੇ ਵਿੱਚ ਕੀ ਹੈਗਾ ਵੀ ਸਮਝਾਉਣ ਦਾ ਤਰੀਕਾ ਡਿਫਰੈਂਟ ਹੈ, ਚੀਜ਼ ਉਹੀ ਹੈ, ਕਨਸੈਪਟ ਉਹੀ ਹੈ। ਅਤੇ ਜਿਵੇਂ ਹੁਣ ਆਪਾਂ ਗੱਲ ਕਰੀਏ ਕਿ ਮੋਡਰਨ ਰੂਲ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰੀਏ ਐਸੈਟਸ ਦੀ। ਮੋਡਰਨ ਰੂਲਸ ਦੇ ਵਿੱਚ ਅਸੀਂ 1 ਬਾਏ 1 ਡਿਸਕਸ ਕਰਾਂਗੇ, ਐਸੈਟਸ, ਲਾਇਬਿਲਿਟੀਜ਼, ਕੈਪੀਟਲ, ਪ੍ਰੋਫਿਟਸ, ਐਕਸਪੈਂਸਿਸ। ਸਭ ਤੋਂ ਪਹਿਲਾਂ ਗੱਲ ਕਰਾਂਗੇ ਅਸੀਂ ਐਸੈਟਸ। ਹੁਣ ਐਸੈਟਸ ਅਗਰ ਟ੍ਰੈਡੀਸ਼ਨਲ ਰੂਲ ਦੇ ਮੁਤਾਬਿਕ ਗੱਲ ਕਰੀਏ, ਕਿਹੜਾ ਅਕਾਊਂਟ ਹੈ, ਇਹ ਰੀਅਲ ਅਕਾਊਂਟ ਹੈ ਜੀ। ਤਾਂ ਹੁਣ ਰੀਅਲ ਅਕਾਊਂਟ ਦਾ ਰੂਲ ਕੀ ਹੁੰਦਾ, ਡੈਬਿਟ ਵਟ ਕਮਜ਼ ਇਨ, ਕ੍ਰੈਡਿਟ ਵਟ ਗੋਜ਼ ਆਊਟ। ਮਤਲਬ ਕੀ ਹੈ, ਅਗਰ ਕੋਈ ਚੀਜ਼ ਆ ਰਹੀ ਹੈ ਫਰਮ 'ਚ ਡੈਬਿਟ, ਅਗਰ ਜਾ ਰਹੀ ਹੈ ਤਾਂ ਕ੍ਰੈਡਿਟ। ਸਿਮਿਲਰਲੀ ਹੁਣ ਅਗਰ ਅਸੀਂ ਮਾਡਰਨ ਰੂਲਸ ਦੇ ਮੁਤਾਬਿਕ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਐਸੈਟਸ। ਐਸੈਟਸ ਅਗਰ ਇਨਕਰੀਜ਼ ਹੋ ਰਹੀ ਹੈ ਫਰਮ ਦੇ ਵਿੱਚ ਤਾਂ ਡੈਬਿਟ ਕਰਾਂਗੇ, ਐਸੈਟਸ ਅਗਰ ਡਿਕਰੀਜ਼ ਹੋ ਰਹੀ ਹੈ ਫਰਮ ਦੇ ਵਿੱਚ ਤਾਂ ਕ੍ਰੈਡਿਟ ਕਰਾਂਗੇ। ਅਗਰ ਐਸੈਟ ਫਰਮ ਦੇ ਵਿੱਚ ਆ ਗਈ ਤਾਂ ਇਨਕਰੀਜ਼ ਹੋ ਗਈ ਤਾਂ ਡੈਬਿਟ ਕਰਾਂਗੇ, ਐਸੈਟ ਅਗਰ ਫਰਮ ਦੇ ਵਿੱਚੋਂ ਚਲੀ ਗਈ ਤਾਂ ਉਹਨੂੰ ਅਸੀਂ ਕੀ ਕਰਾਂਗੇ, ਕ੍ਰੈਡਿਟ। ਇਨਕਰੀਜ਼ ਹੋ ਗਈ ਡੈਬਿਟ, ਡਿਕਰੀਜ਼ ਹੋ ਗਈ ਕ੍ਰੈਡਿਟ। ਉਸ ਤੋਂ ਬਾਅਦ ਸੈਕਿੰਡ ਪੁਆਇੰਟ ਕੀ ਹੈਗਾ ਜੀ, ਅਸੀਂ ਗੱਲ ਕਰਾਂਗੇ ਲਾਇਬਿਲਿਟੀਜ਼। ਹੁਣ ਲਾਇਬਿਲਿਟੀਜ਼ ਦਾ ਬੇਸਿਕ ਬੈਲੈਂਸ ਕੀ ਹੁੰਦਾ, ਕ੍ਰੈਡਿਟ। ਲਾਇਬਿਲਿਟੀਜ਼ ਅਗਰ ਇਨਕਰੀਜ਼ ਹੋਣਗੀਆਂ ਤਾਂ ਕ੍ਰੈਡਿਟ ਕਰਾਂਗੇ, ਲਾਇਬਿਲਿਟੀਜ਼ ਅਗਰ ਡਿਕਰੀਜ਼ ਹੋਣਗੀਆਂ ਤਾਂ ਡੈਬਿਟ ਕਰਾਂਗੇ ਅਸੀਂ। ਠੀਕ ਹੈ ਜੀ। ਫਿਰ ਥੋੜ੍ਹਾ ਹੈਗਾ ਜੀ ਐਸੈਟਸ, ਲਾਇਬਿਲਿਟੀਜ਼, ਐਕਸਪੈਂਸਿਸ। ਹੁਣ ਐਕਸਪੈਂਸਿਸ ਕਿਹੜੇ, ਇਹ ਨੋਮੀਨਲ ਹੈ। ਤਾਂ ਐਕਸਪੈਂਸਿਸ ਅਗਰ ਵਧਣਗੇ, ਐਕਸਪੈਂਸਿਸ ਅਗਰ ਇਨਕਰੀਜ਼ ਹੋ ਰਿਹਾ ਤਾਂ ਡੈਬਿਟ ਕਰਾਂਗੇ, ਐਕਸਪੈਂਸਿਸ ਅਗਰ ਡਿਕਰੀਜ਼ ਹੋ ਰਿਹਾ ਤਾਂ ਕ੍ਰੈਡਿਟ ਕਰਾਂਗੇ। ਉਸ ਤੋਂ ਬਾਅਦ ਗੱਲ ਕਰਾਂਗੇ ਇਨਕਮ ਐਂਡ ਪ੍ਰੋਫਿਟਸ। ਇਨਕਮ ਐਂਡ ਪ੍ਰੋਫਿਟ ਸਾਡਾ ਨੋਮੀਨਲ ਅਕਾਊਂਟ ਹੈ ਵੀ। ਅਗਰ ਇਨਕਮ ਐਂਡ ਪ੍ਰੋਫਿਟ ਸਾਡੇ ਇਨਕਰੀਜ਼ ਹੋ ਰਿਹਾ ਤਾਂ ਕ੍ਰੈਡਿਟ ਕਰਾਂਗੇ, ਇਨਕਮ ਐਂਡ ਪ੍ਰੋਫਿਟਸ ਅਗਰ ਡਿਕਰੀਜ਼ ਹੋ ਰਿਹਾ ਤਾਂ ਉਹਨੂੰ ਅਸੀਂ ਕੀ ਕਰਾਂਗੇ, ਡੈਬਿਟ ਕਰਾਂਗੇ। ਅਤੇ ਇਹਦੇ ਵਿੱਚ ਇੱਕ ਹੋਰ ਪੁਆਇੰਟ ਲਾਸਟ ਜਿਹੜਾ ਡਿਸਕਸ ਕਰਾਂਗੇ ਮਾਡਰਨ ਰੂਲ ਦੇ ਵਿੱਚ, ਉਹ ਹੈਗਾ ਸਾਡਾ ਕੈਪੀਟਲ ਅਕਾਊਂਟ। ਠੀਕ ਹੈ। ਤਾਂ ਕੈਪੀਟਲ ਅਕਾਊਂਟ ਦੇ ਦਾ ਬੇਸਿਕ ਬੈਲੈਂਸ ਕੀ ਹੁੰਦਾ, ਕੈਪੀਟਲ ਅਕਾਊਂਟ ਦਾ ਜਿਹੜਾ ਬੈਲੈਂਸ ਹੁੰਦਾ ਉਹ ਕੀ ਹੁੰਦਾ, ਕ੍ਰੈਡਿਟ ਬੈਲੈਂਸ ਹੁੰਦਾ। ਤਾਂ ਜਿਵੇਂ ਲਾਇਬਿਲਿਟੀ ਦਾ ਬੈਲੈਂਸ ਕ੍ਰੈਡਿਟ ਹੁੰਦਾ, ਉਵੇਂ ਹੀ ਕੈਪੀਟਲ ਦਾ ਬੈਲੈਂਸ ਵੀ ਕੀ ਹੁੰਦਾ ਜੀ, ਕ੍ਰੈਡਿਟ ਹੁੰਦਾ। ਹੁਣ ਅਗਰ ਕੈਪੀਟਲ ਦਾ ਬੈਲੈਂਸ ਕ੍ਰੈਡਿਟ ਹੈ, ਅਗਰ ਕੈਪੀਟਲ ਫਰਮ ਦੇ ਵਿੱਚ ਵਧੇਗੀ ਤਾਂ ਅਸੀਂ ਕੈਪੀਟਲ ਨੂੰ ਕ੍ਰੈਡਿਟ ਕਰਾਂਗੇ, ਅਗਰ ਕੈਪੀਟਲ ਫਰਮ ਦੇ ਵਿੱਚੋਂ ਘਟੇਗੀ ਤਾਂ ਅਸੀਂ ਉਹਨੂੰ ਕੀ ਕਰਾਂਗੇ, ਡੈਬਿਟ ਕਰਾਂਗੇ। ਤਾਂ ਕੈਪੀਟਲ ਕਿਵੇਂ ਵੱਧਦੀ ਹੈ, ਕੈਪੀਟਲ ਕਿਵੇਂ ਘਟਦੀ ਹੈ, ਇਹਦਾ ਕੀ ਕਨਸੈਪਟ ਹੈ, ਜਿੰਨਾ ਪੈਸਾ ਫਰਮ ਦੇ ਵਿੱਚ ਆਊਗਾ, ਜਿੰਨੇ ਪ੍ਰੋਫਿਟਸ ਜ਼ਿਆਦਾ ਹੋਣਗੇ, ਠੀਕ ਹੈ, ਉਨੀ ਸਾਡੀ ਕੈਪੀਟਲ ਵਧੇਗੀ। ਜਿੰਨੇ ਕੈਪੀਟਲ ਫਰਮ ਦੇ ਵਿੱਚੋਂ ਜਾਏਗੀ, ਜਿੰਨਾ ਪੈਸਾ ਫਰਮ ਦੇ ਵਿੱਚੋਂ ਜਾਏਗਾ, ਜਿੰਨੇ ਲੋਸ ਜ਼ਿਆਦਾ ਹੋਣਗੇ ਫਰਮ ਦੇ ਵਿੱਚ, ਉਨੀ ਸਾਡੀ ਕੈਪੀਟਲ ਘਟੇਗੀ। ਮਤਲਬ ਕੈਪੀਟਲ ਵਧੇਗੀ, ਕ੍ਰੈਡਿਟ ਕਰਾਂਗੇ, ਕੈਪੀਟਲ ਘਟੇਗੀ, ਅਸੀਂ ਉਹਨੂੰ ਡੈਬਿਟ ਕਰਾਂਗੇ। ਤਾਂ ਸਭ ਤੋਂ ਵੱਡਾ ਇੰਪੈਕਟ ਜੋ ਕੈਪੀਟਲ ਦੇ ਉੱਪਰ ਪੈਂਦਾ ਉਹ ਪੈਂਦਾ ਡਰਾਇੰਗਸ ਦਾ। ਡਰਾਇੰਗਸ ਦਾ ਮਤਲਬ ਆਪਾਂ ਕੀ ਪੜ੍ਹਿਆ ਕਿ ਜਿਹੜੇ ਪਰਸਨਲ ਯੂਜ਼ ਦੇ ਲਈ ਅਸੀਂ ਪੈਸਾ ਆਪਣੇ ਬਿਜ਼ਨਸ ਦੇ ਵਿੱਚੋਂ ਲੈ ਲੈਂਦੇ ਹਾਂ। ਅਤੇ ਜਿੰਨੀਆਂ ਡਰਾਇੰਗਸ ਜ਼ਿਆਦਾ ਹੋਣਗੀਆਂ ਉਨੀ ਕੈਪੀਟਲ
ਘੱਟ ਹੋਏਗੀ, ਜਿੰਨੀਆਂ ਡਰਾਇੰਗਸ ਘੱਟ ਹੋਣਗੀਆਂ ਓਨੀ ਸਾਡੀ ਬਿਜ਼ਨਸ ਦੀ ਕੈਪੀਟਲ ਜ਼ਿਆਦਾ ਹੋਏਗੀ। ਠੀਕ ਹੈ, ਤਾਂ ਇਹ ਸੀਗੇ ਸਾਡੇ ਰੂਲਸ ਆਫ ਅਕਾਊਂਟਿੰਗ। ਦੋਨੋਂ ਪੁਆਇੰਟਸ ਨੂੰ ਡਿਸਕਸ ਕੀਤਾ ਹੈ, ਟਰੈਡੀਸ਼ਨਲ ਰੂਲਸ ਵੀ ਅਤੇ ਇਹਦੇ ਦੂਸਰੇ ਕਿਹੜੇ ਹੈਗੇ ਆ, ਮਾਡਰਨ ਰੂਲਸ। ਠੀਕ ਹੈ, ਤਾਂ ਇਹ ਚੀਜ਼ ਤੁਸੀਂ ਇੱਕ ਵਾਰ ਸਟੱਡੀ ਕਰ ਲਓ। ਅਗਰ ਕੋਈ ਡਾਊਟ ਹੋਏਗਾ ਤਾਂ ਤੁਸੀਂ ਮੇਰੇ ਤੋਂ ਦੁਬਾਰਾ ਪੁੱਛ ਸਕਦੇ ਹੋ ਬੇਟਾ। ਥੈਂਕ ਯੂ।